ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪਰਗਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੁਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਤਰ ਪੁਨ ਪੁਨ ਸੀਸਾ, ਜੀ ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ। या मह अमृत ज्ञान है, माणिक भगत बैराग। श्री गुरु ग्रंथ साहिब जी उदध, बंदाओं कर अनुराग। एकंकार सतगुरु तिह प्रसाद सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम श्री वाहिगुरु साहिब जीओ चौपई। मैं बहु बृद्ध का सुत होए, या ते मांगत पान सोए। बिरदा बहुर भारिया मेरी, उचित न कहन बात सुन केरी। मैं बहु बृद्ध कहाँ सुत होए। वाहिगुरु जी का खालसा, वाहिगुरु जी की फतेह। सतगुरु पातशाह साहब जी दे पावन दरबार दियां हाजरियां भरदियां गुरु पातशाह साहब जी दे अपने ही निज पावन स्वरूप शब्द नाल चित ला के जद आप सावधान ते एकाग्रचित होए जुड़ मिल बैठे हो, पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने, आप उन्हां दे सांझी ते धारणी होए। किरपालता करना, अपने निर्मल हिरदे चों अरदास करना जो गुरु पातशाह साहब जी रहमत करन, अपनी अमृतमयी सिक्ख्यादायक साखी दी विचार बोलण दा ताण ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। संपूर्ण दिवस अपने प्यार ते भाणे च बतीत कराए। संध्या के समय दे सजे हुए दरबार दियां हाजरियां भरन दा
ਆ ਸੁਭਾਗ ਸਮਾਂ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਪਾਤਸ਼ਾਹ ਗੁਰਦੇਵ ਜੀ ਨੇ ਜਦੋਂ ਬਖਸ਼ਿਸ਼ ਦਾ ਦਰ ਖੋਲ੍ਹਿਆ ਤੇ ਸਥਾਨਕ ਸੰਗਤਾਂ ਦੇ ਪ੍ਰਤੀ ਜੋ ਅੰਮ੍ਰਿਤ ਵੇਲੇ ਤੋਂ ਨਤਮਸਤਕ ਹੋ ਰਹੀਆਂ ਨੇ, ਆਓ ਦੇਰ ਰਾਤ ਤੱਕ ਜਿਨ੍ਹਾਂ ਨੇ ਪਾਵਨ ਦਰਬਾਰ ਵਿਖੇ ਆਪਣੀ ਅਕੀਦਤ ਪੇਸ਼ ਕਰਨ ਆਉਂਦੇ ਰਹਿਣਾ ਹੈ, ਉਹਨਾਂ ਸਾਰਿਆਂ ਲਈ ਗਿਆਨ, ਉਪਦੇਸ਼, ਪਿਆਰ, ਆਸੀਸ ਬਖਸ਼ੀ ਹੈ, ਰਹਿਨੁਮਾਈ ਕੀਤੀ, ਜੀਵਨ ਦਾ ਇੱਕ ਰਹੱਸਮਈ ਆਦਰਸ਼ ਪੇਸ਼ ਕੀਤਾ। ਭਾਈ ਜੀਵਨ ਇਸ ਤਰ੍ਹਾਂ ਦਾ ਕਰ ਸਕਦੇ ਹੋ ਤੇ ਕਰ ਲਓ, ਆਪਣਾ ਨਜ਼ਰੀਆ ਬਦਲ ਲਓ। ਨਜ਼ਰੀਆ ਕਿਸ ਤਰ੍ਹਾਂ ਦਾ ਰੱਖੀਏ? ਸਾਰਾ ਸੰਸਾਰ ਇੱਕ ਕਮਲ ਫੁੱਲ ਹੈ, ਪਹਿਲ ਪੁਰੀਏ ਪੁੰਡਰਕ ਵਾਨਾ, ਤਾਂਚੇ ਹੰਸਾ ਸਕਲੇ ਜੰਨਾ। ਤੇ ਚੇਤਾ ਰੱਖਣਾ, ਅਗਰ ਕੁਝ ਮਿਟਾਣਾ ਹੈ ਤੇ ਆਪਣੇ ਮਨ ਚੋਂ ਭਰਮ, ਆਪਣੇ ਹਿਰਦੇ ਦਾ ਤਰਕ ਨਾ ਚਾ। ਜੇ ਰੂਹਾਨੀ ਜ਼ਿੰਦਗੀ ਚ ਅੱਗੇ ਜਾਣਾ ਹੈ ਤੇ ਫਿਰ ਚੇਤਾ ਰੱਖਣਾ, ਤਰਕ ਨਾ ਚਾ। ਕਿਆ ਕਰਾਂ? ਭਰਮੀਆਂ ਚਾ। ਆਪਣੇ ਮਨ ਦਾ ਭਰਮ ਮਿਟਾ ਦੇ, ਤੇ ਜੇ ਭਰਮ ਮਿਟਾ ਦੇਗਾ ਤੇ ਫਿਰ ਅਗਲਾ ਰਾਹ ਖੁੱਲ ਜਾਏਗਾ। ਬਾਬਾ ਕਿਹੜਾ ਰਾਹ ਖੁੱਲੇਗਾ? ਕਿੱਥੇ ਪਹੁੰਚ ਜਾਏਗਾ? ਕਹਿਣ ਲੱਗੇ ਫਿਰ ਇੱਥੇ ਪਹੁੰਚ ਜਾਏਗਾ ਜਿੱਥੇ ਦੇਖ ਮੈਂ ਲੈ ਗਿਆ ਤੈਨੂੰ। ਤੈਨੂੰ ਰੱਬ ਪੁੱਛੇਗਾ, ਵਾਹਿਗੁਰੂ ਤੇਰਾ ਪਿਆਰ ਨਾ ਪੁੱਛੇਗਾ ਤੂੰ ਕੌਣ ਰਹੇ। ਬਸ ਜਿਸ ਦੇ ਹਿਰਦੇ ਚੋਂ ਭਰਮ ਮਿਟੇਗਾ, ਜਿਨੇ ਆਪਣਾ ਭਰਮ ਗਵਾਤਾ, ਤਿਸ ਕੈ ਭਾਣਾ ਕੋਈ ਨਾ ਭੁੱਲਾ, ਤਨ ਸਗਲੋ ਬ੍ਰਹਮ ਪਛਾਤਾ ਹੋ ਜਾਏਗਾ। ਫਿਰ ਪਿਆਰ ਨਾ ਪੁੱਛੇਗਾ ਤੂੰ ਕੌਣ ਰਹੇ, ਤੂੰ ਕੌਣ ਹੈ। ਅੱਜ ਇਸ ਭਾਵ 'ਚ ਟਿਕ ਸਕੀਏ, ਹਿਰਦਾ ਸ਼ਰਧਾ ਤੇ ਪਿਆਰ ਚ ਆ ਸਕੇ, ਕਿਉਂਕਿ ਅੱਜ ਦਾ ਦਿਨ ਸਾਡੀ ਸੋਚ ਵਿੱਚ, ਸਾਡੀ ਵਿਚਾਰ, ਸਾਡੇ ਇਤਿਹਾਸ ਦੇ ਵਿਚਾਰਕਾਂ ਵੱਲੋਂ ਨਿਯਤ ਕੀਤਾ ਹੈ। ਕੁਦਰਤ ਦੇ ਅਟਲ ਨਿਜ਼ਾਮ ਦੇ ਮੁਤਾਬਕ ਸਾਨੂੰ ਅੱਜ ਸਮਾਂ ਮਿਲਿਆ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਦਿਵਸ ਹੈ। ਸਵੇਰੇ ਵੀ ਹਾਜ਼ਰੀਆਂ ਭਰਦਿਆਂ ਕੁਝ ਬਚਨ, ਕੁਝ ਵਿਚਾਰਾਂ ਗੁਰੂ ਪਾਤਸ਼ਾਹ ਦੇ ਬਾਬਤ ਸਾਂਝੀਆਂ ਕਰਨ ਦਾ ਯਤਨ ਕੀਤਾ ਸੀ। ਹੁਣ ਇੱਕ ਬਚਨ ਪੜਿਆ, ਜੈਸੇ ਪੂਰੀ ਹੋਈ ਕਰਾਮਾਤ। ਕਿਹੜੀ ਕਰਾਮਾਤ ਪੂਰੀ ਹੋ ਗਈ? ਕੋਈ ਵਕਤ ਸੀ ਜਦੋਂ ਰਾਮਦਾਸ ਸਾਹਿਬ ਜੀ ਨੂੰ ਗਲੀਆਂ 'ਚ ਕੋਈ ਪੁੱਛਦਾ ਨਹੀਂ ਸੀ, ਜੇਠਾ ਦੇ ਰੂਪ 'ਚ। ਮਾਤਾ ਪਿਤਾ ਚਲਾਣਾ ਕਰਕੇ ਨੇ, ਗਰੀਬੀ ਹੈ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਤੇ ਘੁੰਗਣੀਆਂ ਵੇਚਣਾ ਕੋਈ ਵੱਡਾ ਵਪਾਰ ਥੋੜਾ ਹੈ। ਤੇ ਸ਼ਾਇਦ ਜਿਨ੍ਹਾਂ ਇਤਿਹਾਸ ਦੀ ਪੜਚੋਲ ਕੀਤੀ ਉਹਨੂੰ ਪਤਾ ਹੋਵੇ ਵੀ ਇਸ ਦੌਰ ਚੋਂ ਗੁਜ਼ਰਨਾ ਤੇ ਵੀ 7 ਸਾਲ ਦੀ ਉਮਰ ਦੇ ਬਾਲਕੇ ਵਾਸਤੇ ਬੜਾ ਔਖਾ ਹੈ। ਤੇ ਕਦੇ ਜਦੋਂ ਉਹਦਾ ਪਿਤਾ ਅਮੀਰ ਹੋਵੇ, ਤੇ ਸ਼ਾਇਦ ਬਹੁਤ ਘੱਟ ਜੀ ਨੂੰ ਪਤਾ ਹੋਵੇਗਾ, ਸਤਿਗੁਰੂ ਰਾਮਦਾਸ ਸਾਹਿਬ ਦੇ ਪਿਤਾ ਜੀ ਬਾਬਾ ਹਰਦਾਸ ਜੀ ਹੀਰਿਆਂ ਦੀ ਕਣੀਆਂ ਦਾ ਵਪਾਰ ਕਰਦੇ ਸਨ। ਅੱਜ ਇਹਨਾਂ ਨੂੰ ਥੋੜਾ ਜ਼ੋਹਰੀ ਪੰਚ ਥੋੜਾ ਜਿਹਾ ਪਤਾ ਹੈ, ਜਿੱਥੇ ਹੀਰੇ ਤਰਾਸ਼ੇ ਜਾਂਦੇ ਨੇ ਤੇ ਉਹਨਾਂ ਦੇ ਤਰਾਸ਼ੇ ਜਾਣ ਤੋਂ ਜੋ ਟੁਕੜੇ ਹੀਰਿਆਂ ਦੇ ਨਿਕਲਦੇ ਨੇ, ਤੇ ਬਹੁਤ ਸਾਰੀ ਕਢਾਈਆਂ ਦੇ ਵਿੱਚ ਅਮੀਰ ਲੋਕ ਆਪਣੇ ਕੱਪੜਿਆਂ ਤੇ, ਜਿੱਥੇ ਅੱਜ ਕੱਲ ਕਮਾ ਕਰਨਾ ਲੇਡੀਜ਼ ਕੱਪੜਿਆਂ ਤੇ ਜ਼ਰਕਨ ਲੱਗਦਾ ਨਾ, ਅਮਰੀਕਨ ਕੱਚ ਜਿਹਾ ਹੁੰਦਾ ਜ਼ਰਕਨ, ਰਾਜੇ ਮਹਾਰਾਜੇ ਅਮੀਰਾਂ ਦੇ ਹੀਰਿਆਂ ਦੀ ਕਣੀਆਂ ਲੱਗਦੀਆਂ ਸੀ। ਉਹ ਪੁੜੀਆਂ ਦੇ ਰੂਪ ਚ ਅੱਜ ਵਿਕਦੇ ਨੇ। ਹੀਰਿਆਂ ਦੀ ਕਣੀਆਂ ਦਾ ਵਪਾਰ ਸੀ ਰਾਮਦਾਸ ਸਾਹਿਬ ਜੀ ਦੇ ਪਿਤਾ ਜੀ ਦਾ, ਬਾਬਾ ਹਰਦਾਸ ਸਾਹਿਬ। ਤੇ ਸਭ ਨੂੰ ਪਤਾ ਹੈ ਕਿ ਇਹੋ ਜਿਹਾ ਵਪਾਰ ਜਿਹੜਾ ਹੁੰਦਾ ਹੈ, ਇਹ ਕੱਚ ਦਾ ਵਪਾਰ ਹੁੰਦਾ ਹੈ। ਮੁਖੀ ਨਹੀਂ ਹੈ ਤੇ ਕੁਛ ਨਹੀਂ ਹੈ, ਹੈ ਤੇ ਸਭ ਕੁਛ ਹੈ। ਪਿਤਾ ਦੇ ਚਲਾਣੇ ਦੇ ਨਾਲ ਜਿੱਥੇ ਜਿੱਥੇ ਰਕਮ ਅਟਕੀ ਸੀ ਉੱਥੇ ਅਟਕ ਗਈ, ਕਿਉਂਕਿ ਵਾਰਸੀ ਮਗਰ ਤਕੜਾ ਕੋਈ ਨਹੀਂ। ਹਾਲਾਤ ਇੰਨੇ ਹੋ ਗਏ ਨੇ ਕਿ ਘੁੰਗਣੀਆਂ ਵੇਚਣੀਆਂ ਪੈ ਰਹੀਆਂ ਨੇ। ਨਾਨੀ ਦੇ ਘਰ ਆਏ ਨੇ, ਨਾਨੀ ਲੈ ਆਈ ਹੈ, ਪਰ ਇਤਿਹਾਸ ਇਸ ਕੋਲੋਂ ਚੁੱਪ ਹੈ ਕਿ ਇਹਨਾਂ ਦੇ ਸਕੇ ਤਾਏ ਚਾਚਿਆਂ ਚੋਂ ਕਿਸੇ ਬਾਤ ਨਹੀਂ ਪੁੱਛੀ। ਅੱਜ ਜਿਹਨੇ ਇਤਿਹਾਸ ਦੀ ਪੜਚੋਲੀਆ ਬੈਠੇ ਹੋ, ਇਤਿਹਾਸ ਚੁੱਪ ਹੈ ਵੀ ਕਿਸੇ ਬਾਤ ਨਹੀਂ ਪੁੱਛੀ। ਨਾਨਕੇ ਢੇਰੀ ਆਉਣਾ ਪਿਆ। ਫਿਰ ਇਤਿਹਾਸ ਚੁੱਪ ਹੈ ਵੀ ਮਾਮਿਆਂ ਤੇ ਮਾਸੀਆਂ ਚੋਂ ਵੀ ਕੋਈ ਤਕੜਾ ਅਮੀਰ ਸੀ,
कोई सहिंदा सी नहीं, उत्थे भी कुछ नहीं। नानी का चर्चा है, घुगणियां वेचण का चर्चा है, होर कुछ भी साडे इतिहास चुप। कोई एक वर्का नहीं कि किते पढ़े होण, किसी स्कूल, किते मकतब च, किसी उस्ताद को जाण दा वक्त मिलिया होवे नहीं। बचपन ते छाबड़ी विच गुजर गया, ताइयों शायद एक वचन साडे लिए मिले है, हम रुलते फिरते कोई बात ना पूछता। ये करामात अज पूरी हुई है। ये करामात उदों पूरी हुई जदों जिस वास्ते कोई घर नहीं सी, जिस वास्ते कोई थां नहीं, जिहा धर्मशाला च सौ के गुजारा करदा है, लंगर चों प्रसाद छक लैंदा है, धर्मशाला च सौ लैंदा है, ते अमरदास महाराज ने अपनी बेटी का विआह कर दिता है। दुनिया के दाने सोचते ने अज भी कि धीआं दा वार घर चंगा होवे, अमीर होवे, पर सतगुरु राम अमरदास महाराज ने बख्शिश करती। जब बीबी मनसा देवी जी ने, माता जी ने कहा कि भानी कित्थे रहेगी, इहदा ते घर ही कोई नहीं, चुल्हा चौंका थां टकाना ही नहीं। ते गंभीर मुद्रा च अमरदास महाराज ने कहा सी, भानी का चुल्हा चौंका इन्ना वड्डा होएगा कि दुनिया प्रसादे छकेगी। अज रामदास गुरु महाराज का लंगर जे किते बहुत गहर पकड़ के देखिए, ये माता भानी का चुल्हा चौंका है। जो किते पहली बार, जो मैं कदे कदे करें इमेजिन करया करिए, जो पहली बार आके चक रामदास की मोड़ी गड्डी, तो बहुत बड़े प्रोजेक्ट नहीं सन। उदों शायद इत्थे सब तो पहली बार माता भानी जी ने ही प्रशादा पानी तैयार किया होना है ना। उन्हों की देख रेख च, उन्होंने अगवाई च ही इत्थे रसोई पक्की होएगी ना, जिन्होंने आप अज लंगर कहने। ते अज फिर है ना दुनिया का सब तो वड्डा लंगर, दुनिया की सब तो वड्डी रसोई, जिथे लखां बंदे रोज छकते हैं, वो है बीबी भानी का, माता भानी का चौंका। बचन आया सी तो घर कोई नहीं, तो कहने लगता घर तो इतना वड्डा है, दुनिया के टिके है कि दुनिया शरण मंगी। अज असी रोज कहने गुरु रामदास राखो शरणाई, सानू अपने घर किते टिकाणा मिल जाए। दुनिया तरसती है, अज हर सिख भावें दुनिया के किसी कोने ते बैठा है, ख्वाहिश रखता है बस एक बार श्री दरबार साहब अमृतसर साहब जाने का वक्त मिल जाए। आप हुण अरदास कहने ना, श्री अमृतसर साहब जी के दर्शन इशनान, ये रामदास साहब के घर, ते ज्यों ही दहलीज असीं अमृतसर शहर की टपदे हाँ, साडे जेहन चों, साडे चिंतन चों धन गुरु रामदास, धन गुरु रामदास सुत्ते सिद्धों लग पैंदा। एक करामात हुई है, एक पूरी करामात हुई। इतिहास का एक निक्का जिहा वर्का साडे वड्डियां साझा कीता, जो सानू वक्त मिले प्रकरण पढ़न सुनन दा। यह भी वक्त चौथे पातशाह साहब जी की गाथा है, अमृतमयी गाथा। बाबा आदम जी जो सतगुरु को सेवा करते हैं, इस तो पिछले एक निक्की जी गल आप साझी कर दी, जो अज दे नाल मुतल्लक रखदी है। एक दिन तीसरे पातशाह साहब जी थोड़ा समा बाहर विचर के अपने घर आए ने, वेड़े च आए ने। अगे वेड़े च बीबी भानी जी ते बीबी आत्मा देवी, बीबी आत्मा देवी भाई बाबा मोहरी जी के घरों ने। ये नड़ान भरजाई वेड़े च बैठिया ने, उठ नमस्कार की, पिता गुरु ने मत्था टेकियो ने। पिता जी बैठ गए ने, आवाज दे के कहने लगे, धीए भानीए, जे हुक्म रजा विच रामदास सत हो जाए तो फिर क्या कर से। गल बड़ी वड्डी सिख पिता दी अपनी धी नूं बचन पूछना ते कहना बड़ा गंभीर वचन है भी जे रामदास सत हो जाए तो फिर क्या कर से। सुनना ते समझना ते बर्दाश्त करना बड़ा औखा सी। बीबी भानी एक बार तो सख्ते च आ गए, ठहर के कहन लगे, मेरा नहीं मानता की जोर है। हुक्मी कला दे अगे एक मेरा नहीं मानता की जोर है, पर आप दा एक बचन है गुरु पिता दे रूप विच। आपने एक बचन कीता होया भी गोइंदवाल दे विच मापियां दे सामने पुੱਤ ना मरसी ते तुसां इन्हां नूं पाव रामदास जी नूं
ਜਵਾਈ ਨਹੀਂ ਜਾਤਾ, ਤੁਸਾਂ ਤੇ ਪੁੱਤ ਮੰਨਿਆ। ਤੁਸਾਂ ਤੇ ਜਵਾਈ ਵਾਲੀ ਗੱਲ ਹੀ ਨਹੀਂ ਕੀਤੀ, ਪੁੱਤ ਮੰਨਿਆ। ਤੇ ਤੁਹਾਡਾ ਬਚਨ ਹੈ ਕਿ ਮਾਪਿਆਂ ਦੀ ਅੱਖਾਂ ਦੇ ਸਾਹਮਣੇ ਪੁੱਤ ਨਾ ਮਰਸੀ। ਅਮਰਦਾਸ ਪਾਤਸ਼ਾਹ ਕੁਝ ਪਲ ਠਹਿਰ ਕੇ ਕਹਿਣ ਲੱਗੇ, ਹਾਂ ਬਚਨ ਤਾਂ ਹੋਇਆ ਹੈ, ਤੇ ਫਿਰ ਇੰਜ ਕਰ, ਮੇਰੇ ਕੋਲ ਸਾਡੇ ਕੋਲ 7 ਕੁ ਵਰਿਆਂ ਤੋਂ ਕੁਝ ਦਿਨ ਘੱਟ ਨੇ। ਆਰਜਾ ਦੇ ਸਵਾਸਾਂ ਦੇ ਸਰੀਰ ਦੇ 7 ਵਰਿਆਂ ਤੋਂ ਕੁਝ ਦਿਨ ਘੱਟ ਨੇ। ਤੇ ਫਿਰ ਇਹ ਜਿਹੜੇ 7 ਵਰਿਆਂ ਤੋਂ ਕੁਝ ਦਿਨ ਘੱਟ ਨੇ ਨਾ, ਇਹ ਸਮਾਂ ਫਿਰ ਅਸੀਂ ਰਾਮਦਾਸ ਨੂੰ ਦਿੰਦੇ ਹਾਂ। ਇੱਕ ਬੇਨਤੀ ਕਰਾਂ, ਜਦੋਂ ਵੀ ਆਪਾਂ ਆਪਣੇ ਗੁਰੂ ਪ੍ਰਣਾਲੀ ਦੇ ਵਿੱਚੋਂ ਗੁਰਤਾ ਗੱਦੀ ਦਿਵਸ ਦੀ ਗੱਲ ਕਰਦੇ ਨਾ, ਉਹਦੇ ਦੂਜੇ ਪਾਸੇ ਉਹਨਾਂ ਤੋਂ ਦੂਜੀ ਪਾਤਸ਼ਾਹੀ ਦਾ ਸਰੀਰ ਦਾ ਚਲਾਣਾ ਵੀ ਦਿਸ ਰਿਹਾ ਹੁੰਦਾ ਹੈ। ਆਪਾਂ ਗੁਰੂਆਂ ਦੂਜੀ ਪਾਤਸ਼ਾਹੀ, ਤੀਜੀ ਪਾਤਸ਼ਾਹੀ, ਚੌਥੀ, ਪੰਜਵੀਂ, 6ਵੀਂ, 7ਵੀਂ, 8ਵੀਂ, 9ਵੀਂ, 10ਵੀਂ ਇਹਨਾਂ ਦਾ ਗੁਰਤਾ ਗੱਦੀ ਦੇਖਦੇ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ, ਤੇ ਦੇ ਪਿੱਛੇ ਨਜ਼ਰ ਕੀ ਆਉਂਦਾ ਹੈ? ਜੋ ਗੁਰਤਾ ਗੱਦੀ ਦੇ ਰਹੇ ਨੇ ਹੁਣ ਉਹ ਕਿੱਥੇ ਜਾਣਗੇ? ਉਹਨਾਂ ਦਾ ਓਲਾ ਵੀ ਨਜ਼ਰ ਆ ਰਿਹਾ ਹੁੰਦਾ, ਪਰ ਅਸੀਂ ਕਿਉਂਕਿ ਇੱਕ ਐਂਗਲ ਤੇ ਕੰਮ ਕਰਦੇ ਹਾਂ, ਇਸ ਕਰਕੇ ਦੀ ਗੱਲ ਨਹੀਂ ਕਰਦੇ। ਕਹਿਣ ਲੱਗੇ, ਮੇਰੇ ਕੋਲ 7 ਵਰਿਆਂ ਤੋਂ ਕੁਝ ਦਿਨ ਘੱਟ ਨੇ, ਤੇ ਬੱਚਾ ਅਗੰਮੀ ਹੈ। ਹੁਕਮ ਤੇ ਸੱਤ ਜੇ ਵਿਧਾਨ ਹੈ, ਕਿਉਂਕਿ ਕਰਤੇ ਦਾ ਵਿਧਾਨ ਵਰਤਦਾ ਬਦਲਦਾ ਨਹੀਂ, ਸਵਰਤਦਾ ਹੈ। ਤੇ ਉਹ ਸਮਾਂ ਮੈਂ ਰਾਮਦਾਸ ਨੂੰ ਦਿੰਦਾ ਹਾਂ। ਤੇ ਫਿਰ ਹੁਕਮ ਕਰਕੇ ਉਹ ਦਿਨ ਅੱਜ ਦਾ ਹੈ। ਹੁਕਮ ਕਰਕੇ ਰਾਮਦਾਸ ਸਾਹਿਬ ਜੀ ਨੂੰ ਸੇਵਾ ਚੋਂ ਬੁਲਾਇਓ, ਤੇ ਬੁਲਾ ਕੇ ਜੋ ਸੁੱਖ ਦੀ ਮਰਿਆਦਾ ਪਾਤਸ਼ਾਹ ਸਾਹਿਬ ਜੀ ਨੇ, ਪਹਿਲੀ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਮਰਿਆਦਾ ਸਥਾਪਿਤ ਕੀਤੀ ਸੀ, ਜਿਸ ਮਰਿਆਦਾ ਦੇ ਮੁਤਾਬਕ ਲਹਿਣੇ ਤੋਂ ਅੰਗਦ ਥਾਪਿਆ ਸੀ, ਜਿਸ ਮਰਿਆਦਾ ਦੇ ਮੁਤਾਬਕ ਅੰਗਦ ਸਤਿਗੁਰੂ ਮਹਾਰਾਜ ਜੀ ਨੇ ਅਮਰਦਾਸ ਮਹਾਰਾਜ ਨੂੰ ਬਾਬਾ ਅਮਰਦਾਸ ਨੂੰ ਗੁਰੂ ਅਮਰਦਾਸ ਜੀ ਨੂੰ ਕਹਿ ਸਕਦੇ ਆ, ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਹੱਥ ਆਈ। ਉਹ ਗੁਰੂ ਜੋਤ ਕਲਾ ਜੋ ਲਹਿਣਾ ਜੀ ਨੇ ਨਾਨਕ ਸਤਿਗੁਰੂ ਤੋਂ ਪ੍ਰਾਪਤ ਕੀਤੀ, ਤੇ ਨਾਨਕ ਸਤਿਗੁਰੂ ਜੀ ਤੋਂ ਪ੍ਰਾਪਤ ਕਰਕੇ ਉਹ ਜੋਤ ਕਲਾ ਅਮਰਦਾਸ ਸਾਹਿਬ ਨੂੰ ਦੇ ਦਿੱਤੀ ਸੀ। ਤੇ ਅੱਜ ਅਮਰਦਾਸ ਪਾਤਸ਼ਾਹ ਸਾਹਿਬ ਜੀ ਨੇ ਉਹ ਜੋਤ ਕਲਾ ਰਾਮਦਾਸ ਸਾਹਿਬ ਜੀ ਨੂੰ ਦੇ ਦਿੱਤੀ, ਤੇ ਰਾਮਦਾਸ ਸਾਹਿਬ ਜੀ ਉਹ ਜੋਤ ਕਲਾ ਲੈ ਕੇ ਹੀ ਸੱਚਾ ਪਾਤਸ਼ਾਹ ਬਣ ਗਏ। ਤੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਰਾਮਦਾਸ ਸਾਹਿਬ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਹੋ ਗਏ। ਔਰ ਸ਼ਾਇਦ ਪੁਰਾਣੀ ਸਾਖੀਆਂ ਨੂੰ ਪੜ੍ਹਿਆ ਸੁਣੇ ਜਨ 6 ਵਰੇ 11 ਮਹੀਨੇ ਤੇ ਲਗਭਗ 18 ਕੁ ਦਿਨ ਦਾ ਸਮਾਂ ਤੀਸਰੇ ਪਾਤਸ਼ਾਹ ਸਾਹਿਬ ਜੀ ਨੇ ਆਪਣੇ ਹਯਾਤੀ ਚੋਂ ਟ੍ਰਾਂਸਫਰ ਕੀਤਾ ਹੈ। ਔਰ ਅੱਜ ਵੀ ਅਸੀਂ ਬੇਸ਼ੱਕ ਅਸੀਂ ਤਰਕ ਦੇ ਨਾਲ ਅਸੀਂ ਸਾਬਤ ਨਹੀਂ ਕਰਦੇ, ਜਾਂ ਗਾਹੇ ਬਗਾਹੇ ਤਰਕ ਵਿਤਰਕ ਹੁੰਦਾ ਰਹਿੰਦਾ ਹੈ, ਪਰ ਸੱਚ ਨਾਲ ਇਹ ਹੋ ਸਕਦਾ ਹੈ ਰੂਹਾਨੀ ਮੰਡਲ ਵਿੱਚ ਸਭ ਕੁਝ ਸੰਭਵ ਹੈ। ਪਰ ਐਸੇ ਕਈ ਹੋਰ ਵੀ ਉਦਾਹਰਣ ਹੈਗੇ ਨੇ ਜੋ ਨਿਕਟਵਰਤੀ ਇਤਿਹਾਸ 'ਚ ਅਸਾਂ ਵੇਖੇ ਨੇ, ਹੰਡੀ ਵਰਤੇ ਨੇ, ਜਿੱਥੇ ਆਪਣਾ ਸਮਾਂ ਦਿੱਤਾ ਜਾ ਸਕਦਾ ਹੈ। ਖੈਰ, ਉਹ ਰਾਮਦਾਸ ਸਤਿਗੁਰੂ ਕਹਾਵੇ। ਹੁਣ ਰਾਮਦਾਸ ਸਤਿਗੁਰੂ ਜਿਨ੍ਹਾਂ ਦਾ ਅੱਜ ਆਪਾਂ ਗੁਰਤਾ ਗੱਦੀ ਗੁਰੂ ਬਣ ਗਏ, ਸੰਸਾਰ ਮੱਥਾ ਟੇਕਣ ਲੱਗ ਪਏ, ਉਸ ਰਾਮਦਾਸ ਸਤਿਗੁਰੂ ਸਾਹਿਬ ਦੇ ਦਰਬਾਰ 'ਚ ਹੁਣ ਕਿਤੇ ਆਪਾਂ ਆਪਣਾ ਧਿਆਨ ਉੱਥੇ ਲੈ ਜਾਈਏ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਰਾਮਦਾਸ ਸਾਹਿਬ ਜੀ ਦਾ ਦਰਬਾਰ ਹੈ। ਰਾਮਦਾਸ ਸਾਹਿਬ ਜੀ ਨੇ ਸੱਦ ਕੇ ਬਾਬੇ ਆਦਮ ਨੂੰ ਪੁੱਛਿਆ, ਭਾਈ ਤੇਰੀ ਕੀ ਮਨਸਾ ਹੈ? ਇੰਨੀ ਘਾਲਣਾ, ਸੰਗਤ ਦੇ ਪ੍ਰਤੀ ਇੰਨਾ ਪਿਆਰ, ਇੰਨੀ ਸੇਵਾ ਤੂੰ ਕੀਤੀ ਹੈ। ਆਖਰ ਹਰ ਮਨੁੱਖ ਦੇ ਅੰਦਰ ਕੋਈ ਖੁਆਇਸ਼ ਤੇ ਹੁੰਦੀ ਹੈ, ਐਸਾ ਤੇ ਹੈ ਹੀ ਨਹੀਂ। ਇਹ ਕਹਿਣਾ ਵੱਖਰੀ ਗੱਲ ਕਿ ਦੇਖੋ ਬਿਨਾਂ ਖੁਆਇਸ਼, ਨਿਸ਼ਕਾਮ ਸ਼ਬਦ ਸਾਡੇ ਕੋਲ ਹੈ, ਪਰ ਮਨੁੱਖੀ ਮੰਡਲ ਦੇ ਵਿੱਚ ਨਿਸ਼ਕਾਮਤਾ ਨਹੀਂ ਹੁੰਦੀ, ਕਾਮਨਾ ਬਾਕੀ ਰਹਿੰਦੀ ਹੈ। ਉਹ ਗੱਲ ਵੱਖਰੀ ਕਿ ਕਾਮਨਾ ਸ਼ੁੱਧ ਹੁੰਦੀ, ਸ਼ੁੱਧ ਹੁੰਦੀ, ਸ਼ੁੱਧ ਹੁੰਦੀ, ਕੇਵਲ ਇੱਕ ਕਾਮਨਾ ਰਹਿ ਜਾਏਗੀ। ਪਤਾ ਕਿਹੜੀ ਕਾਮਨਾ ਫਿਰ ਬਾਕੀ ਰਹਿ ਜਾਏਗੀ? ਇਹ ਦੋਇ ਨੈਣਾ ਪਿਤ ਮੱਚ ਹੋਇਓ ਫਿਰ ਦੇਖਣ ਕੀ ਆਸ। ਕਾਮਨਾ ਤੇ ਰਹੇਗੀ, ਭਾਵ ਤੇ ਰਹੇਗਾ। ਕੀ ਕਾਮਨਾ ਪਰ ਭਾਈ ਤੇਰੀ?
ਬਾਬਾ ਆਦਮ ਆਪਣੀ ਵਡੇਰੀ ਉਮਰਾ ਦੇਖ ਕੇ ਆਪਣੇ ਮਨ ਦੀ ਗੱਲ ਨੂੰ ਪ੍ਰਗਟ ਨਹੀਂ ਕਰ ਪਾਇਆ। ਭਾਰੀ ਪੰਚਾਇਤ ਹੈ, ਭਾਵ ਦਰਬਾਰ ਭਰਿਆ ਬੈਠਾ ਹੈ, ਹਰ ਪ੍ਰਕਾਰ ਦਾ, ਹਰ ਉਮਰ ਦਾ ਵਿਦਵਾਨ ਬੈਠਾ ਹੈ, ਨਾਦਾਨ ਬੈਠਾ ਹੈ, ਛੋਟਾ ਬੈਠਾ ਹੈ, ਵੱਡਾ ਬੈਠਾ ਹੈ, ਹਰ ਪ੍ਰਕਾਰ ਇਸਤਰੀ ਪੁਰਖ ਸੁਸ਼ੋਭਿਤ ਨੇ। ਮੈਂ ਕਿਵੇਂ ਕਵਾਂ ਮਹਾਰਾਜ ਮੈਨੂੰ ਇੱਕ ਪੁੱਤਰ ਦੀ ਚਾਹਤ ਹੈ, ਵਡੇਰੀ ਉਮਰ ਹੈ, ਸ਼ਾਇਦ ਲੋਕ ਮੇਰਾ ਹਾਸਾ ਨਾ ਉਡਾਣ, ਕਹਿਣਗੇ ਲੈ ਬੁੱਢਾ ਹੋ ਚੱਲੇ ਹੈ, ਹੁਣ ਤਾਂ ਕਬਰ ਦੀ ਤਿਆਰੀ ਕਰ, ਹੁਣ ਪੁੱਤਰ ਮੰਗਦਾ ਫਿਰਦਾ। ਇਹ ਗੱਲ ਨਹੀਂ ਕਹਿ ਪਾਇਆ, ਇਹ ਖਿਆਲ ਹੀ ਅੰਦਰ ਆ ਗਿਆ ਕਿ ਮੈਂ ਕਿੱਦਾਂ ਕਵਾਂ। ਬਸ ਇੱਥੋਂ ਅੱਜ ਚੱਲਦੇ ਆ, ਖਿਆਲ ਅੰਦਰ ਟਿਕ ਗਿਆ, ਕਿੱਦਾਂ ਕਵਾਂਗਾ ਕਿ ਮੈਨੂੰ ਮਹਾਰਾਜ ਇੱਕ ਪੁੱਤਰ ਦੀ ਦਾਤ ਚਾਹੀਦੀ ਹੈ। ਮੇਰੀ ਖੁਆਇਸ਼ ਹੈ ਮੇਰੇ ਘਰ ਵੀ ਇੱਕ ਪੁੱਤਰ ਹੋਵੇ, ਪਰ ਇਹ ਅੰਦਰ ਦੀ ਖੁਆਇਸ਼ ਜੋ ਹਿਰਦੇ ਦੀ ਸੀ ਉਹ ਜ਼ੁਬਾਨ ਤੱਕ ਨਾ ਸਕੀ। ਜ਼ੁਬਾਨ ਤੇ ਝਿਜਕ ਆ ਗਈ, ਸਾਹਮਣੇ ਝਿਜਕ ਦਾ ਇੱਕ ਪਰਦਾ ਪੈ ਗਿਆ ਤੇ ਝਿਜਕ ਦੇ ਪਰਦੇ ਦੇ ਪਿੱਛੇ ਖੁਆਇਸ਼ ਲੁਕ ਗਈ। ਹਿਰਦੇ ਦੀ ਖੁਆਇਸ਼ ਝਿਜਕ ਦੇ ਪਰਦੇ ਨੇ ਰੋਕ ਦਿੱਤੀ। ਅੱਜ ਇੱਥੋਂ ਚੱਲਦੇ ਹਾਂ। ਮੈਂ ਬਹੁ ਬ੍ਰਿਧ ਕਾਂ ਸੁਤ ਹੋਏ, ਮੈਂ ਤੇ ਬੁੱਢਾ ਹੋ ਗਿਆ, ਬਿਰਧ ਹੋ ਗਿਆ। ਤੇ ਸਿਆਣੇ ਤੇ ਕਹਿੰਦੇ ਨੇ ਹਰ ਵਸਤੂ ਦਾ, ਹਰ ਦਾਤ ਦਾ ਸਮਾਂ ਹੁੰਦਾ ਹੈ। ਸਾਡੇ ਜੋ ਦੋਹਾਂ ਜੀਆਂ ਦੀ ਪੁੱਤਰ ਸੰਤਾਨ ਪ੍ਰਾਪਤ ਕਰਨ ਦਾ ਸਮਾਂ ਹੁੰਦਾ ਹੈ, ਉਹ ਤਾਂ ਤਕਰੀਬਨ ਲੰਘ ਚੁੱਕਾ ਹੈ। ਜਾਂ ਤੇ ਮੰਗਤ ਪਾਨੈ ਸੋਏ, ਇਸ ਕਰਕੇ ਮੰਗਿਆ ਹੀ ਨਹੀਂ ਗਿਆ। ਖੁਆਇਸ਼ ਅੰਦਰ ਹੈ ਪਰ ਮੁੱਖੋਂ ਮੰਗਿਆ ਨਹੀਂ ਗਿਆ। ਬਿਰਦਾ ਬਹੁਰ ਭਾਰੀਆ ਮੇਰੀ, ਤੇ ਫਿਰ ਮੈਂ ਹੀ ਨਹੀਂ, ਮੇਰੀ ਪਤਨੀ ਵੀ ਤੇ ਬੜੀ ਸਿਆਣੀ ਉਮਰ ਦੀ ਹੋ ਗਈ ਹੈ। ਤੇ ਇਸ ਸਿਆਣੀ ਉਮਰ ਦੀ ਸੰਤਾਨ ਹੋਵੇ, ਪਤਾ ਨਹੀਂ, ਇੱਕ ਸ਼ੱਕ ਜਿਹਾ, ਇੱਕ ਮਨ ਚ ਭੈ ਜਿਹਾ ਆ ਗਿਆ। ਉਚਿਤ ਨਾ ਕਹਿਨ ਬਾਤ ਸੁਨ ਕੇਰੀ, ਇਹ ਸੁੱਤ ਦੀ ਬਾਤ, ਪੁੱਤਰ ਦੀ ਗੱਲ ਫਿਰ ਕਹਿ ਨਹੀਂ, ਮੈਂ ਨਹੀਂ ਕਹਿਣਾ ਬਣਦਾ ਮੇਰਾ, ਮੈਂ ਨਹੀਂ ਕਹਿਣਾ। ਇਹ ਖਿਆਲ ਅੰਦਰ ਪੱਕਾ ਕਰ ਲਿਆ, ਕੁਛ ਨਹੀਂ ਕਿਹਾ। ਇਮ ਵਿਚਾਰ ਕੈ ਬਾਕ ਬਖਾਨਾ, ਇਨ ਵਿਚਾਰ ਕਰਕੇ ਮਨ ਵਿੱਚ ਕਿ ਮਨਾ ਨਹੀਂ 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 ਨਹੀਂ, ਪੁੱਤਰ ਦੀ ਗੱਲ ਨਹੀਂ ਆਪਾਂ ਕਰਨੀ। ਸ਼ਰਮ ਜੀ ਆ ਗਈ, ਸੰਗ ਜੀ ਆ ਗਈ ਤੇ ਹੱਥ ਜੋੜ ਕੇ ਕਹਿਣ ਲੱਗਾ, ਹੇ ਗੁਰ ਨਿਜ ਦਰਸ਼ਨ ਦਿਓ ਦਾਨਾ। ਗੱਲ ਬਦਲ ਦਿੱਤੀ। ਜਿਵੇਂ ਆਪਾਂ ਕਦੇ ਕਦੇ ਕਹਿ ਦਿੰਦੇ, ਅੰਦਰੋਂ ਤੇ ਗੱਲ ਬਹੁਤ ਕੁਝ ਮੰਗਦੇ ਹੁੰਦੇ ਆ, ਉੱਤੋਂ ਕਹਿੰਦੇ ਨਹੀਂ ਨਹੀਂ ਸਭ ਠੀਕ ਹੈ, ਕੋਈ ਗੱਲ ਨਹੀਂ, ਤੁਹਾਡੀ ਕਿਰਪਾ ਹੈ। ਅੰਦਰੋਂ ਕਹਿ ਰਹੇ ਹੁੰਦੇ ਕਿ ਨਹੀਂ ਆ ਵੀ ਚਾਹੀਦਾ, ਆ ਵੀ ਚਾਹੀਦਾ, ਪਰ ਸਮਾਜ ਦੇ ਇੱਕ ਸੰਗ ਸਰਫਾ ਆ ਜਾਂਦਾ। ਕਹਿੰਦੇ ਕਿ ਮਹਾਰਾਜ ਬਸ ਦਰਸ਼ਨ ਦਾਨ ਦੇ ਦਿਓ, ਆਪਣਾ ਦਰਸ਼ਨ ਬਖਸ਼ਿਸ਼ ਕੀਤਾ, ਇਹ ਬੜੀ ਵੱਡੀ ਗੱਲ ਹੈ। ਅਪਰ ਨਹੀਂ ਮੋਹ ਕੋ ਬਿਲਾਖਾ, ਹੋਰ ਕੋਈ ਵਿਲਾਖਾ ਨਹੀਂ ਹੈ। ਹਾਂ ਸੱਚ ਇਹ ਵੀ ਹੈ ਕਿ ਇਹ ਤੋਂ ਇਲਾਵਾ ਹੋਰ ਕੋਈ ਇੱਛਾ ਵੀ ਨਹੀਂ ਸੀ ਕਿ ਮੈਨੂੰ ਘਰ ਨਾ ਧਨ ਚਾਹੀਦਾ, ਜ਼ਮੀਨ ਭੋਏ ਮੱਝੀਆਂ ਧੀਆਂ ਚਾਹੀਦੀ, ਨਹੀਂ, ਕੁਛ ਨਹੀਂ ਚਾਹੀਦਾ। ਉਹ ਘਰ ਸਭ ਕੁਛ ਹੈਗਾ ਏ, ਬਸ ਇੱਕੋ ਖੁਆਇਸ਼ ਸੀ ਘਰ ਸੰਤਾਨ। ਤੇ ਉਹ ਝਿਜਕ ਨੇ, ਉਹ ਸੰਗ ਨੇ ਰੋਕ ਦਿੱਤਾ। ਕਹਿਣ ਲੱਗਾ ਮਹਾਰਾਜ ਤੁਹਾਡੇ ਦਰਸ਼ਨ ਹੋ ਗਏ, ਤੁਹਾਡੀ ਕਿਰਪਾ ਮਿਲ ਗਈ, ਬਹੁਤ ਕੁਝ ਮਿਲ ਗਿਆ, ਹੋਰ ਕੋਈ ਅਭਿਲਾਸ਼ਾ ਨਹੀਂ ਹੈ। ਐਸੋ ਜਬ ਆਦਮ ਨੇ ਭਾਖਾ, ਜਦੋਂ ਇਸ ਤਰ੍ਹਾਂ ਇਹ ਬਨਾਵਟੀ ਜਿਹਾ ਸ਼ਬਦ ਅੱਜ ਵੀ ਅਸੀਂ ਦੇਖਦੇ ਕਈ ਵਾਰ, ਜਦੋਂ ਵਿਅਕਤੀ ਅਸਲੀਅਤ ਨੂੰ ਛੁਪਾ ਕੇ ਆਰਟੀਫੀਸ਼ੀਅਲ ਸ਼ਬਦ ਬੋਲਦਾ ਹੈ ਨਾ, ਤੇ ਪਕੜ ਚ ਆ ਜਾਂਦਾ ਹੈ। ਇਹ ਕਹਿ ਰਿਹਾ ਹੁੰਦਾ ਨਹੀਂ 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 ਬਹੁਤ ਕੁਛ ਹੈ, ਇਹਦਾ ਮਤਲਬ ਕਹਿ ਰਿਹਾ ਹੁੰਦਾ ਨਹੀਂ ਕੁਛ ਖਾਲੀਪਨ ਹੈ, ਕੁਛ ਚਾਹੀਦਾ ਹੈ। ਇਹ ਜਿੱਥੇ ਪਰਸਨੈਲਿਟੀ ਡਿਵੈਲਪਮੈਂਟ ਦੇ ਕੋਰਸਿਸ ਕਰਾਏ ਜਾਂਦੇ ਨੇ, ਉੱਥੇ ਸਾਨੂੰ ਦਿਖਾਇਆ ਸਿਖਾਇਆ ਜਾਂਦਾ ਨਾ ਕਿ ਭਾਈ ਵਿਅਕਤੀ ਦੀ ਗੱਲ ਕਰਨ ਤੋਂ ਹੀ ਤੁਸੀਂ ਜੱਜਮੈਂਟ ਕੱਢ ਲੈਣਾ ਕਿ ਕਿੱਥੇ ਖੜਾ ਹੈ। ਇਹ ਕਹਿ ਰਿਹਾ ਇਨਕਾਰ, ਇਹਦੀ ਇਨਕਾਰ ਦੇ ਵਿੱਚ ਵੀ ਹਾਂ ਹੋਏਗੀ, ਤੇ ਕੁਛ ਹੋਰ ਕਹਿ ਰਿਹਾ। ਜਿਵੇਂ ਸਾਡੇ 'ਚ ਕਾਮ ਰਿਵਾਜ ਹੈ ਨਾ, ਅਸੀਂ ਘਰ ਗਏ, ਅਗਲਾ ਕਹਿੰਦਾ ਜੀ ਰੋਟੀ ਪਾਣੀ ਪ੍ਰਸ਼ਾਦਾ, ਨਹੀਂ ਨਹੀਂ ਭੁੱਖ ਨਹੀਂ, ਘਰੋਂ ਖਾ ਕੇ ਆਏ ਸਾਂ, ਤੇ ਸਮਝਣਾ ਭੁੱਖਾ ਹੈ। ਕਹਿ ਰਿਹਾ ਨਹੀਂ ਨਹੀਂ, ਪਰ ਵਾਸਤਵ 'ਚ ਭੁੱਖਾ ਹੈ, ਇਹਨੂੰ ਭੋਜਨ ਛਕਣਾ ਹੈ। ਔਰ ਇਹ ਸਦਾ ਤੋਂ ਗੱਲ ਰਹੀ ਚੱਲਦੀ ਆਈ ਹੈ। ਮਨ ਕੀ ਗਾਤ ਲਖ ਅੰਤਰ ਜਾਮੀ, ਸਤਿਗੁਰੂ ਵੇਖ ਕੇ ਮੁਸਕਰਾਏ, ਕਿਉਂਕਿ ਸਤਿਗੁਰ ਤਾਂ ਹਿਰਦੇ ਦੀਆਂ ਜਾਣਦਾ ਨੇ ਨਾ। ਅਸੀਂ ਪੜ੍ਹਦੇ ਰੋਜ਼ ਹਾਂ ਗੁਰਬਾਣੀ, ਸੁਣਦੇ ਵੀ ਰੋਜ਼ ਹਾਂ, ਘਟ ਘਟ ਕੇ ਅੰਤਰ ਕੀ ਜਾਣਤ। ਗੁਰੂ ਤਾਂ ਬਿਨ ਬੋਲਿਆ ਸਭ ਕੁਝ ਜਾਣਦੇ ਨੇ। ਬਿਨ ਬੋਲਿਆ ਜਾਣਨ ਵਾਲੇ ਸਤਿਗੁਰੂ ਦੇਖ ਕੇ ਮੁਸਕਰਾਏ। ਕਿਹਾ ਨਹੀਂ ਵੀ ਤੈਨੂੰ ਕੀ ਚਾਹੀਦਾ, ਤੂੰ ਝੂਠ ਬੋਲਦਾ ਪਿਆ, ਨਹੀਂ ਝੂਠ ਵੀ ਨਹੀਂ ਬੋਲਦਾ ਪਿਆ, ਉਹ ਹਿਰਦੇ ਕਰਕੇ ਮੰਗਦਾ ਪਿਆ, ਜ਼ੁਬਾਨ ਕਰਕੇ ਕਹਿ ਰਿਹਾ ਨਹੀਂ ਦਰਸ਼ਨ ਮਿਲ ਗਏ ਤੁਹਾਡੇ। ਪਰ ਸਤਿਗੁਰੂ ਪਿਆਰ ਨਾਲ ਕਹਿਣ ਲੱਗੇ, ਬੋਲੇ ਰਾਮਦਾਸ ਪ੍ਰਭ ਸੁਆਮੀ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜਗਤ ਗੁਰੂ ਸੁਆਮੀ ਨੇ ਬੜੇ ਪਿਆਰ ਨਾਲ ਬਚਨ ਕੀਤੋ ਨੇ, ਕਿਉ ਨਹਿ ਲੇਤ ਮਨੋਰਥ ਉਰਕੋ। ਕਹਿਣ ਲੱਗੇ ਭਾਈ ਮਨ ਵਿੱਚ ਜੋ ਹੈ ਲੈ ਲਾ। ਅੱਜ ਗੁਰੂ ਨਾਨਕ ਦੇ ਘਰੋਂ ਤਿਰਲੀ ਦਰ ਖੋਲਿਆ, ਅੱਜ ਤਿਰਲੀ ਬਖਸ਼ਿਸ਼ ਦਾ ਭੰਡਾਰ ਖੋਲਿਆ, ਤੂੰ ਜੋ ਕਹੇ ਇਸ ਦਰ ਤੋਂ ਮਿਲੇਗਾ ਤੈਨੂੰ। ਅੱਜ ਲੈ ਲਾ ਭਾਈ।
ਗੁਰ ਪ੍ਰਸੰਨ ਲਖ ਦਾਤਾ ਬਰ ਕੋ। ਬਈ ਅੱਜ ਪ੍ਰਸੰਨਤਾ ਹੈ ਤੇਰੇ ਤੇ, ਤੂੰ ਸੰਗਤ ਦੀ ਸੇਵਾ ਕੀਤੀ ਹੈ, ਤੇ ਸੰਗਤ ਦੀ ਸੇਵਾ ਜਦੋਂ ਕੋਈ ਕਰਦਾ ਹੈ ਤੇ ਸੰਗਤ ਦੀ ਖੁਸ਼ੀ 'ਚ ਗੁਰੂ ਕੀ ਖੁਸ਼ੀ ਹੁੰਦੀ ਹੈ। ਤੇਰੇ ਤੇ ਸਾਰੀ ਸੰਗਤ ਖੁਸ਼ ਹੈ, ਅੱਜ ਗੁਰੂ ਖੁਸ਼ ਹੈ, ਤੇ ਭਾਈ ਆਪਣੇ ਮਨ ਦੀ ਇੱਛਾ ਪੂਰੀ ਕਰ ਲੈ, ਮੰਗ ਲੈ ਅੱਜ। ਸੁਖ ਚਿਤ ਪੁਨੈ ਨ ਜਾਏ ਬਖਾਨਾ। ਇਹ ਸੁਖਚਿਤ ਕਹਿੰਦੇ ਨੇ ਸੰਗ ਗਿਆ, ਫਿਰ ਸ਼ਰਮ ਜੀ ਆ ਗਈ, ਸੰਗ ਜਿਹਾ ਗਿਆ ਤੇ ਮੁਖੋਂ ਬੋਲਿਆ ਨਾ ਗਿਆ। ਕਹਿਤ ਭਇਓ ਦਿਓ ਦਰਸ਼ਨ ਦਾਨਾ। ਫਿਰ ਉਹੀ ਆਰਟੀਫਿਸ਼ਲ ਸ਼ਬਦ ਕਹਿਤਾ, ਨਹੀਂ ਮਹਾਰਾਜ ਤੁਹਾਡੇ ਦਰਸ਼ਨ ਮਿਲ ਗਏ, ਇਹ ਬਹੁਤ ਵੱਡੀ ਦਾਤ ਹੈ, ਤੁਹਾਡੇ ਦਰਸ਼ਨ ਹੋ ਗਏ। ਹਾਲਾਂਕਿ ਸੱਚ ਹੈ ਕਿ ਪਿਛਲੇ 6 ਮਹੀਨੇ ਤੋਂ ਦਰਸ਼ਨ ਤੇ ਰੋਜ਼ ਕਰ ਰਿਹਾ ਸੀ। ਤਿਸ ਕੇ ਮਨ ਕੀ ਗਤ ਕੋ ਜਾਣ। ਇਸ ਤੇ ਮਨ ਦੀ ਹਾਲਾਤ ਨੂੰ ਪਾਤਸ਼ਾਹ ਨੇ ਵੇਖਿਆ ਵੀ ਨਹੀਂ, ਅਜੇ ਇਹ ਮਾਨਸਿਕ ਤੌਰ ਤੇ ਤਿਆਰ ਨਹੀਂ ਹੋਇਆ, ਲਫ਼ਜ਼ ਨਹੀਂ ਬਣ ਪਾ ਰਹੇ, ਤੋਂ ਕਹਿ ਨਹੀਂ ਪਾ ਰਿਹਾ। ਪਾਤਸ਼ਾਹ ਸਾਹਿਬ ਨੇ ਇਸ ਦੇ ਹਾਲਾਤ ਨੂੰ ਵੇਖਿਆ ਹੈ। ਕਹਿਓ ਗੁਰੂ ਜਾਵੋ ਨਿਜ ਥਾਨ। ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਅੱਛਾ ਅੱਜ ਤੁਸੀਂ ਨਾ ਜਾਓ, ਵਿਸ਼ਰਾਮ ਕਰੋ, ਸਿਆਣੇ ਹੋ, ਸੇਵਾ ਕਰਕੇ ਆਏ, ਜਾਓ ਵਿਸ਼ਰਾਮ ਕਰੋ। ਦੋਹਰਾ ਜਾਚਿਓ ਜਾਏ ਨਾ ਤੋਹੇ ਤੇ, ਹੁਣ ਆਵੋ ਸੁਨ ਭਾਰ। ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ, ਅੱਜ ਨਹੀਂ ਮੰਗਿਆ ਜਾ ਰਿਹਾ, ਜਾਓ ਵਿਸ਼ਰਾਮ ਕਰੋ। ਤਥੋਂ ਅੱਜ ਗੱਲ ਨਹੀਂ ਬਣ ਪਾ ਰਹੀ, ਕਿਉਂਕਿ ਅਕਸਰ ਐਸਾ ਹੁੰਦਾ ਵੀ ਹੈ, ਅਚਾਨਕ ਕੋਈ ਕਹਿ ਦੇ ਤੇ ਸ਼ਬਦ ਨਹੀਂ ਔੜਦੇ ਹੁੰਦੇ। ਬਾਣੀ ਵਿੱਚ ਵੀ ਇੱਕ ਬਚਨ ਹੈ ਜੋ ਪਾਠ ਕਰ ਲਿਆ ਕਦੇ ਕਦੇ ਆਪਨੇ ਪੜਿਆ ਹੋਗਾ, ਜਦੋਂ ਕਿਤੇ ਇਹੋ ਜਿਹੇ ਗੁਰੂ ਹੀ ਪੁੱਛ ਲੈਣ ਕੀ ਚਾਹੀਦਾ ਹੈ ਤੇ ਸ਼ਾਇਦ ਸਾਡੇ ਕੋਈ ਸ਼ਬਦ ਨਹੀਂ ਬਣਦੇ। ਹਰ ਪੁੱਛਿਆ ਢਾਡੀ ਸਦਕ ਹੈ, ਕਿਤ ਅਰਥ ਤੂੰ ਆਇਆ। ਪਾਵਨ ਬਾਣੀ ਚ ਪੜਿਆ ਨਾ, ਜਦੋਂ ਸਾਹਿਬ ਨੇ ਸੱਦ ਲਿਆ, ਪੁੱਛ ਲਿਆ, ਤੇ ਦੇਖਦਿਆਂ ਤੇ ਦੁੱਖ ਭੁੱਖ ਮਿਟ ਜਾਂਦੀ ਹੈ। ਬਚਨ ਹੈ ਢਾਡੀ ਕੋ ਮੰਗਣ ਚੇਤਨਾ ਆਇਆ। ਮੰਗਣਾ ਸੀ, ਮੰਗਣੀ ਆਇਆ ਸਾਂ, ਪਰ ਚੇਤਾ ਹੀ ਨਹੀਂ ਰਿਹਾ ਕੀ ਮੰਗਣਾ ਸੀ, ਮੰਗਣਾ ਹੀ ਭੁੱਲ ਗਿਆ। ਬਸ ਇਹਦਾ ਫਰਕ ਥੋੜਾ ਜਿਹਾ ਭੇਤ ਸੀ, ਚੇਤੇ ਵਿੱਚ ਸੀ ਪਰ ਬੋਲ ਨਹੀਂ ਸੀ ਬਣ ਪਾ ਰਿਹਾ, ਸ਼ਬਦ ਨਹੀਂ ਸੀ ਬਣ ਪਾ ਰਿਹਾ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਅੱਜ ਜਾਓ ਵਿਸ਼ਰਾਮ ਕਰੋ, ਕੱਲ ਫਿਰ ਆਇਓ, ਫਿਰ ਆਪਾਂ ਗੱਲ ਕਰਾਂਗੇ। ਸੇਵਾ ਤੇਰੀ ਸਫਲ ਹੋਏ, ਬਾਛਤ ਦੇ ਕਰਤਾਰ। ਤੁਹਾਡੀ ਸੇਵਾ ਸਫਲ ਹੋਈ, ਤੁਹਾਡੀ ਘਾਲ ਥਾਂ ਪਈਏ, ਤੁਹਾਡੀ ਮਨ ਦੀ ਮੁਰਾਦ ਪੂਰੀ ਹੋਣੀ ਹੈ, ਕੱਲ ਫਿਰ ਆਇਓ। ਚਾਉ ਪਈ ਆਦਮ ਜਾਟ ਗਇਓ ਨਿਜ ਡੇਰੇ। ਬਾਬਾ ਆਦਮ ਬਚਨ ਸੁਣ ਕੇ ਆਪਣੇ ਡੇਰੇ ਜਿੱਥੇ ਟਿਕਾਣਾ ਕੀਤਾ ਸੀ ਉੱਥੇ ਪਹੁੰਚ ਗਏ। ਸੋਚਤ ਚਿਤ ਮੈਂ ਚਿੰਤ ਕਨੇਰੇ। ਸੋਚਾਂ ਅੰਦਰ ਚੱਲ ਰਹੀਆਂ ਨੇ, ਕਿਉਂਕਿ ਮਨ ਉਛਾਲੇ ਮਾਰਦਾ ਹੈ। ਗੁਰੂ ਤੁਰਠੇ ਨੇ, ਆਪ ਕਹਿੰਦੇ ਪਏ ਨੇ, ਪਰ ਉਹ ਸੋਚਾਂ ਦਾ ਉਛਾਲਾ ਸੰਗ ਅਤੇ ਸੰਕੋਚ ਦੇ ਪਰਦੇ ਹੇਠ ਟਕਿਆ ਗਿਆ ਹੈ। ਬੂਝਿਓ ਤਬੈ ਭਾਰ ਜਾ ਆਨ। ਜਦੋਂ ਘਰ ਪਹੁੰਚੇ ਤੇ ਘਰ ਬੀਬੀ ਜੀ ਮਿਲੇ, ਪੁੱਛਿਆ ਵੀ ਕੀ ਗੱਲ ਹੋਈ। ਉਹਨਾਂ ਪੁੱਛ ਰਹੇ ਵੀ ਅੱਜ ਗੁਰੂ ਮਹਾਰਾਜ ਨੇ ਸੱਦਿਆ ਸੀ, ਕੋਈ ਬਚਨ ਹੋਇਆ, ਕੋਈ ਗੱਲਬਾਤ ਹੋਈ। ਲੈ ਵੀ ਆਇਬ ਗੁਰ ਤੇ ਦਾਨ। ਤੁਹਾਨੂੰ ਕੋਈ ਦਾਨ ਮਿਲਿਆ? ਕਿਉਂਕਿ ਅਸੀਂ ਪਿਛਲੇ 6 ਮਹੀਨਿਆਂ ਤੋਂ ਗੁਰੂ ਮਹਾਰਾਜ ਤੋਂ ਦਾਤ ਪ੍ਰਾਪਤ ਕਰਨੀ ਇੱਥੇ ਬੈਠੇ ਆ, ਤੇ ਕੀ ਮਹਾਰਾਜ ਨੇ ਟੁੱਟ ਕੇ ਅੱਜ ਦਾਤ ਝੋਲੀ ਚ ਪਾ ਦਿੱਤੀ ਹੈ? ਕਹਿਤ ਭਇਓ ਸੁਤ ਕੀ ਅਬਲਾਖਾ। ਆਦਮ ਕਹਿਣ ਲੱਗੇ ਭਗਵਾਨ ਨੇ ਗੱਲ ਤੇ ਸੱਚ ਹੈ ਕਿ ਆਪਾਂ ਪੁੱਤਰ ਦੀ ਚਾਹਤ ਲੈ ਕੇ ਇੱਥੇ ਆਏ ਹੋਏ ਹਾਂ। ਸੁਖ ਜਿਤ ਗੁਰੂ ਢਿਗ ਜਾਏ ਨਾ ਭਾਖਾ। ਪਰ ਕੀ ਕਰਾਂ, ਮੈਂ ਆਪਣੀ ਉਮਰ ਨੂੰ ਵੇਖ ਕੇ ਸੰਕੋਚ ਆ ਗਿਆ, ਤੇ ਗੁਰੂ ਪਾਤਸ਼ਾਹ ਕੋਲ ਮੰਗਿਆ ਹੀ ਨਹੀਂ ਗਿਆ। ਮੈਥੋਂ ਥੋਂ ਤੇ ਕਹਿ ਰਹੇ ਸੀ ਮੰਗ ਲਾ ਮੰਗ ਲਾ ਮੰਗ ਲਾ, ਪਰ ਮੈਥੋਂ ਸ਼ਬਦ ਹੀ ਨਹੀਂ ਬਣ ਪਾਇਆ। ਆਰ ਬਲਾ ਮੇਰੀ ਅਰ ਤੇਰੀ। ਮੈਂ ਤੇਰੀ ਤੇ ਆਪਣੀ ਉਮਰ ਦੇਖੀ, ਆਪਣੀ ਆਰਜਾ ਸਰੀਰਾਂ ਵੱਲ ਦੇਖਦਾ ਏ, ਸਮਾਜ ਵੱਲ ਦੇਖਦਾ, ਤੇ ਸਮਾਜ ਵੱਲ ਵੇਖ ਕੇ ਸੰਗ ਸੰਕੋਚ ਜਿਹਾ ਆ ਜਾਂਦਾ ਹੈ। ਸੰਤਤ ਸਮੈ ਨ ਬੀਤੀ ਬਢੇਰੀ। ਤੇ ਸਾਡੇ ਸਿਆਣਿਆਂ ਨੇ ਸੰਤਾਨ ਦਾ ਸਮਾਂ ਦੱਸਿਆ ਤੇ ਲੰਘ ਗਿਆ ਸਾਡਾ ਕਦੇ ਦਾ। ਭਏ ਬ੍ਰਿਧ ਸੁਤ ਹੋਏ ਨਾ ਕੈਸੇ। ਹੁਣ ਤੇ ਅਸੀਂ ਉਮਰ ਦੇ ਢਲਾਨ ਤੇ ਹਾਂ, ਤੇ ਉਮਰ ਦਾ ਢਲਾਨ ਬੁਢਾਪਾ ਸਿਰ ਤੇ ਆਇਆ ਖੜਾ ਹੈ। ਦਿਓ ਦਰਸ਼ਨ ਆਪਣੋ ਬਰ ਐਸੇ। ਮੈਂ ਤੇ ਕੋਈ ਕਹਿ ਬੈਠਾ ਕਿ ਬਸ ਤੁਹਾਡੇ ਦਰਸ਼ਨ ਹੋ ਗਏ, ਇੰਨਾ ਹੀ ਬੜਾ ਹੈ। ਚਲਤਿਓ ਪੁਨ ਮੁਝ ਸੋ ਗੁਰ ਭਾਖਾ। ਮੈਂ ਦਰਸ਼ਨ ਦੀ ਗੱਲ ਕੀਤੀ, ਮਹਾਰਾਜ ਤੁਹਾਡੇ ਦਰਸ਼ਨ ਹੋ ਗਏ, ਇੰਨਾ ਹੀ ਬਹੁਤ ਹੈ। ਲੇਕਿਨ ਉਹਨਾਂ ਨੇ ਇੱਕ ਬਚਨ ਹੋਰ ਕਹਿ ਦਿੱਤਾ, ਹੋਰ ਆਏ ਜਾਚੋ ਜੋ ਕਾਂਖਾ। ਉਹਨਾਂ ਬਚਨ ਕੀਤੇ, ਭਾਈ ਤੁਥੋਂ ਅੱਜ ਨਹੀਂ ਗੱਲ ਹੋਵੇ, ਕੱਲ ਸਵੇਰੇ ਫਿਰ ਆਇਓ ਤੇ ਫਿਰ ਕੁਝ ਪ੍ਰਾਪਤ ਕਰ ਲਿਓ। ਸੁਨਤ ਭਾਰ ਜਾ ਭਈ ਉਦਾਸ। ਜਦੋਂ ਇਹ ਘਰ ਗੱਲ ਹੋਈ ਤਾਂ ਬੀਬੀ ਥੋੜੀ ਜਿਹੀ ਉਦਾਸ ਹੋ ਗਈ। ਪਤ ਸੋ ਕਹਿ ਪੂਰੇ ਗੁਰ ਪਾਸ। ਕਹਿਣ ਲੱਗੇ ਪਤੀ ਆਪਣੇ ਘਰ ਵਾਲੇ ਨੇ ਕਹਿਣ ਲੱਗੀ
ਵੀ ਇੰਨਾ ਸਮਾਂ ਆਪਾਂ ਲਾਇਆ ਗੁਰੂ ਕੀ ਖੁਸ਼ੀ ਵਾਸਤੇ ਘਰ ਵੀ ਛੱਡਿਆ, ਗੁਰੂ ਖੁਸ਼ ਵੀ ਹੋਏ ਨੇ, ਨਹੀਂ ਕਿ ਸਾਡੀ ਸੇਵਾ ਵਿਅਰਥ ਗਈ ਹੈ। ਗੁਰੂ ਘਰ ਤੇ ਸਾਨੂੰ ਦੱਸਿਆ ਗਿਆ ਹੈ ਕਿ ਤੇ ਤਿਲ ਮਾਤਰ ਵੀ ਅਗਰ ਕੋਈ ਸੇਵਾ ਕਰਦਾ ਹੈ ਤੇ ਗੁਰੂ ਤੇ ਉਹਦੀ ਵੀ ਘਾਲਣਾ ਨਹੀਂ ਵਿਅਰਥ ਜਾਣ ਦਿੰਦੇ। ਇੱਕ ਤਿਲ ਨਹੀਂ ਭੰਨਾ ਘਾਲ ਹੈ, ਉਹ ਇੱਕ ਤਿਲ ਮਾਤਰ ਵੀ ਕਿਸ ਦੀ ਘਾਲਣਾ ਨੂੰ ਅਜਾਈ ਨਹੀਂ ਜਾਣ ਦਿੰਦੇ। ਇਹਨਾਂ ਤੇ 6 ਮਹੀਨੇ ਚਿੱਤ ਲਾ ਕੇ ਸੇਵਾ ਕੀਤੀ ਹੈ। ਗੁਰੂ ਖੁਸ਼ ਵੀ ਹੋਏ ਨੇ, ਗੁਰੂ ਕਹਿ ਰਹੇ ਨੇ ਪਰ ਤੁਹਾਥੋਂ ਮੰਗਿਆ ਨਹੀਂ ਗਿਆ, ਤੇ ਫਿਰ ਸਾਡੀ ਤੁਹਾਡੀ ਕਮੀ ਹੋ ਗਈ ਨਾ। ਸੁਤ ਕੀ ਕਰੋ ਜਾਏ ਅਰਦਾਸ। ਕਹਿਣ ਲੱਗੇ ਕੱਲ ਦਾ ਦਿਨ ਮਹਾਰਾਜ ਨੇ ਫਿਰ ਬਖਸ਼ਿਆ ਏ, ਉਹ ਭਾਈ ਕੱਲ ਹੀ ਪੁੱਤਰ ਦੀ ਅਰਦਾਸ ਕਰ ਲਿਓ। ਹਮਰੀ ਪੂਰਨ ਕਰੀਐ ਆਸ। ਬੇਨਤੀ ਕਰਿਓ ਕਿ ਸਾਡੀ ਅਰਦਾਸ ਹੈ, ਸਾਡੀ ਕਾਮਨਾ ਪੂਰੀ ਕਰ ਦਿਓ। ਸ਼ੁਸ਼ਕ ਬ੍ਰਿਛ ਕੋ ਹਰੇ ਕਰੰਤਾ। ਤੁਸੀਂ ਕਹਿੰਦੇ ਹੋ ਉਮਰਾਂ ਵੱਧ ਘੱਟ ਹੈ, ਤੁਹਾਨੂੰ ਪਤਾ ਨਹੀਂ ਅਸੀਂ 6 ਮਹੀਨੇ ਇੱਥੇ ਰਹਿੰਦਿਆਂ ਗੁਰਬਾਣੀ ਸੁਣੀ ਹੈ, ਤੇ ਗੁਰਬਾਣੀ ਚ ਆਪਾਂ ਇੱਕ ਬਚਨ ਸੁਣਿਆ ਹੈ ਕਿ ਜੇ ਗੁਰੂ ਕੀ ਨਜ਼ਰ ਪੈ ਜਾਏ ਤੇ ਸੁੱਕੇ ਬੂਟੇ ਹਰੇ ਹੋ ਜਾਂਦੇ ਨੇ। ਇੱਥੇ ਤੇ ਅੱਜ ਅਸੀਂ ਕਦੇ ਕਦੇ ਪਾਠ ਕਰਦੇ ਪੜ੍ਹਦੇ ਨਾ, ਸੁੱਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹੇ। ਇਹਨਾਂ ਦੀ ਅੰਮ੍ਰਿਤਮਈ ਦ੍ਰਿਸ਼ਟੀ ਜਿਹਦੇ ਤੇ ਪੈ ਜਾਏ ਉਹ ਤਾਂ ਸੁੱਕੇ ਹੋਏ ਰੁੱਖ ਹਰੇ ਹੋ ਜਾਂਦੇ ਨੇ। ਉਮਰਾਂ ਦੇ ਤੇ ਗੱਲ ਹੀ ਕੋਈ ਨਾ, ਇਹਨਾਂ ਵਾਸਤੇ ਕੀ ਉਮਰਾਂ ਹੁੰਦੀਆਂ ਨੇ, ਇਹਨਾਂ ਵਾਸਤੇ ਇੱਥੇ ਗੁਰੂ ਕਿਰਪਾ ਕਰਦੇ ਨੇ, ਹਰ ਥਾਂ ਫਲ ਮਿਲ ਜਾਂਦਾ ਹੈ। ਸ਼ੁਸ਼ਕ ਤਾਲ ਕੋ ਸੁਬਰ ਭਰੰਤਾ। ਸੁਣਿਆ ਕਿ ਗੁਰੂ ਕਿਰਪਾ ਕਰ ਦੇਵੇ ਤੇ ਗੁਰੂ ਕੀ ਨਜ਼ਰ ਦੇ ਨਾਲ ਤਾਂ ਸੁੱਕੇ ਹੋਏ ਤਾਲ ਹਰੇ ਭਰੇ ਹੋ ਜਾਂਦੇ ਨੇ। ਸਮਰੱਥ ਹੈ ਅਨਹੋਨੀ ਕਰੈ। ਗੁਰੂ ਸਮਰੱਥ ਨੇ। ਤੁਸੀਂ ਸੁਣਿਆ ਨਹੀਂ, ਆਪਾਂ ਰੋਜ਼ਾਨਾ ਕੀਰਤਨ ਸੁਣਦੇ ਆ, ਵਿਚਾਰ ਸੁਣਦੇ ਆ, ਇੱਥੇ ਬਾਰ-ਬਾਰ ਕਿਹਾ ਜਾਂਦਾ ਹੈ ਗੁਰੂ ਸਮਰੱਥ ਹੈ, ਗੁਰੂ ਸਮਰੱਥ ਹੈ। ਤੇ ਸਮਰੱਥ ਗੁਰੂ ਦੇ ਕੋਲ ਆਪਾਂ ਗੱਲ ਕਰ ਰਹੇ ਹਾਂ। ਸ਼ਾਇਦ ਇੱਕ ਬਚਨ ਆਪਾਂ ਕੀਰਤਨ ਸੋਈਆਂ ਚ ਪੜ੍ਹੀ ਨਾ, ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਜੀ ਸਿਰ ਤੇ ਹੱਥ ਧਰ ਦਿੰਦੇ ਨੇ ਤੇ ਜ਼ਿੰਦਗੀ ਬਦਲ ਜਾਂਦੀ ਹੈ। ਜੀਵਨ ਦੇ ਸਾਰੇ ਕਰਜ਼ੇ ਕੁਰਜ਼ੇ ਉਤਰ ਜਾਂਦੇ ਨੇ, ਹਿਰਦੇ ਚ ਨਾਮ ਆ ਕੇ ਵਸ ਜਾਂਦਾ ਹੈ। ਆਪਾਂ ਜੈਤਸੀ ਰਾਗ ਦਾ ਪਹਿਲਾ ਬਚਨ ਪਾਠ ਕਰਦਿਆਂ ਕਰਨ ਵਾਲਿਆਂ ਪੜਿਆ ਹੋਏਗਾ ਨਾ, ਮੇਰੇ ਹੀਅਰ ਹੈ ਰਤਨ ਨਾਮ ਹਰ ਬਸਿਆ। ਪੁੱਛਿਆ ਕਦੋਂ, ਕਹਿਣ ਲੱਗੇ ਗੁਰ ਹਾਥ ਧਰਿਓ ਮੇਰੇ ਮਾਥਾ। ਤੇ ਉੱਥੇ ਪਾਤਸ਼ਾਹ ਇੱਕ ਬਚਨ ਆ, ਜਨਮ ਜਨਮ ਕੇ ਕਿਲਬਿਕ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਤੇ ਸਾਰੇ ਕਰਜ਼ੇ ਉਤਰ ਕੇ ਮੈਂ ਤੇ ਮੁਕਤ ਹੋ ਗਿਆ। ਮੁਕਤੀ ਨਹੀਂ ਹੋ ਗਿਆ, ਫਿਰ ਆਪੜ ਪਿਆਰ ਨਾਲ ਥਾਂ ਹੋਰ ਬਚਨ ਕੀਤੇ, ਜਿਨ੍ਹਾਂ ਤੇ ਗੁਰੂ ਦੀ ਨਜ਼ਰ ਪੈ ਜਾਏ ਨਾ, ਜਿਨ੍ਹਾਂ ਨੂੰ ਗੁਰੂ ਆਪਣਾ ਕਰਕੇ ਰੱਖ ਲੈਣ, ਆਪਣਾ ਬਣਾ ਲੈਣ, ਤੇ ਉਹਨਾਂ ਦੇ ਤੇ ਜੰਮਦੇ ਦਰਦੇ ਕਾਗਜ਼ ਵੀ ਫਟ ਜਾਂਦੇ ਨੇ। ਬੀਬੀ ਕਹਿਣ ਲੱਗੀ ਗੁਰੂ ਸਮਰੱਥ ਹੁੰਦੇ ਨੇ, ਇਹ ਗੁਰੂ ਸਮਰੱਥ ਹੈ, ਸਭ ਕੁਝ ਕਰ ਸਕਦੇ ਨੇ। ਸ੍ਰੀ ਮੁਖਵਾਕ ਨ ਕਬਹੂ ਫਿਰੈ। ਅਸਾਂ ਇਹ ਸੁਣਿਆ ਹੈ ਕਿ ਗੁਰੂ ਕਾ ਬਚਨ ਕਦੇ ਬਦਲਦਾ ਨਹੀਂ ਹੈ। ਆਪਾਂ ਕਾ ਪਾਠ ਕਰਦੇ ਹਾਂ ਕੀਰਤਨ ਚ ਕਦੇ ਕਦੇ ਸੁਣਿਆ ਹੋਏਗਾ ਨਾ, ਸਾਤ ਬਚਨ ਅਟਲਾਦਾ, ਬਾਕੀ ਸਭ ਕੁਝ ਚਲ ਜਾਏਗਾ, ਬਿਨਸ ਜਾਏਗਾ, ਪਰ ਗੁਰੂ का वचन सत है, ये साधु का वचन सत है, ये कदे नहीं बदलता, ये अटल होंदा है। पत को समझावत तिस भांति। इंज पति पत्नी गलबात करते ने, बीबी ठरमे दे नाल अपने पति नाल वार्तालाप करदी है। करी बतीतन दंपत राती। इंज गलबात करदियां, विचार वटांदे करदियां, मन पक्का करदियां रात बतीत हो गई। भई भोर गुर ने सिख भेजा। दिन चढ़िया है, आसा की वार दे कीर्तन दा भोग पिया, जो खुला दीवान सजिया, ते अजे फिर दर आण किसी सेवादार ने खड़काया। दरअसल फिर गुरु का कोई सेवादार सी, क्योंकि गुरु ते खुश ने, गुरु ते रहमत दे घर च आए ने, ते अपने सिख नूं निहाल करे ने। ये हन सतगुरु रामदास पातशाह साहब जी, जिन्हां दे दर ते आपां हुण भी कहने आ, एक अरदास भाट कीरत की, गुरु रामदास राखो शरणाई, गुरु रामदास राखो शरणाई। गुरु कृपा करन असीं इस मुकाम ते टिके रहिए, गुरु पातशाह दी बख्शिश नूं प्राप्त करते रहिए। समय दे मुताबिक समाप्ति करते हाँ, इत्थों फिर कल दी विचार आपां सांझी करांगे। भुल चुक दी खिमा, आसीस अते प्यार दिंदियां होइयां फतेह बुलावना जी। वाहिगुरू जी का खालसा, वाहिगुरू जी की फतेह।